ਸੋ ਇਹ ਤਿੰਨ ਜਿਹੜੀਆਂ ਚੀਜ਼ਾਂ ਨੇ ਇਹ ਹੱਕ ਹੈ ਸਾਰਿਆਂ ਦਾ। ਇੱਕ ਨਾਲ ਦੀ ਐਜੂਕੇਸ਼ਨ, ਉਸ ਤੋਂ ਬਾਅਦ ਸਿਹਤ ਤੁਹਾਡੀ, ਔਰ ਤੀਸਰਾ ਇੱਕ ਲੈਵਲ ਆਫ ਇਨਕਮ। ਆ ਜਿੰਨੇ ਪੋਲੀਟੀਸ਼ੀਅਨਸ ਲੜਦੇ ਨੇ ਵੀ ਅਸੀਂ ਸੇਵਾ ਕਰਾਂਗੇ ਜੀ, ਉਹ ਪੋਲੀਟਿਕਸ ਦੇ ਵਿੱਚ ਆਉਣ ਵਾਸਤੇ, ਟਿਕਟ ਲੈਣ ਵਾਸਤੇ, ਉਹ ਜਿੱਤਣ ਵਾਸਤੇ 2 ਕਰੋੜ 4 ਕਰੋੜ 5 ਕਰੋੜ ਕੋਈ ਵੀ ਫਿਗਰ ਕਹੋ ਖਰਚਣ ਨੂੰ ਤਿਆਰ ਹੈ, ਪੋਸਟਰ ਲਗਾਉਣ ਨੂੰ ਤਿਆਰ ਹੈ। ਤੁਸੀਂ ਇਹ ਦੇਖੋ ਕਿ ਕਿਆ ਉਹ 5 ਸਾਲਾਂ ਦੇ ਵਿੱਚ ਕਿਸੇ ਪੋਲੀਟੀਸ਼ੀਅਨ ਨੇ ਆਪਣੀ ਜੇਬ 'ਚੋਂ 10 ਰੁਪਏ ਖਰਚ ਕੇ ਕਿਸੇ ਗਰੀਬ ਨੂੰ ਪੜ੍ਹਾਇਆ? ਜਿੱਥੇ ਅਸੀਂ ਆ ਕੇ ਖੜੇ ਹੋ ਗਏ, ਸਾਡਾ ਸਮਾਜ ਜਿਹੜਾ ਉਹ ਚੀਜ਼ਾਂ ਨੂੰ ਸਿੱਧਾ ਨਹੀਂ ਦੇਖ ਰਿਹਾ। ਇੱਕ ਟੋਲਾ ਬਣ ਗਿਆ, ਲੁੱਟੂ ਟੋਲਾ, ਉਹਦੇ 'ਚ ਇਨਵੈਸਟ ਕਰਕੇ ਤੁਸੀਂ ਇਲੈਕਸ਼ਨ ਜਿੱਤ ਲਿਆ। ਤੁਸੀਂ A ਪਾਰਟੀ ਹੋ, B ਪਾਰਟੀ ਹੋ, C ਪਾਰਟੀ ਹੋ, ਡਜ਼ਨਟ ਮੈਟਰ। ਇਸੇ 2022 ਦੇ ਵਿੱਚ ਤੁਸੀਂ ਦੇਖੋਗੇ ਕਿ ਉਮੀਦ ਨੂੰ ਵੋਟ ਪਊਗੀ, ਲਾਰਿਆਂ ਨੂੰ ਵੋਟ ਨਹੀਂ ਪਊਗੀ। तो होना की चाहिए, ਜਿਹੜਾ ਚੇਂਜ ਕੀ ਆ, ਮੁੱਦਾ ਕੀ ਹੋਣਾ ਚਾਹੀਦਾ? ਸਭ ਤੋਂ ਪਹਿਲਾ ਮੁੱਦਾ ਇਹ ਕਿ ਹਰੇਕ ਨੂੰ ਬਰਾਬਰ ਦੀ ਐਜੂਕੇਸ਼ਨ ਦਾ ਇੱਕ ਮੌਕਾ ਜ਼ਰੂਰ ਮਿਲਣਾ ਚਾਹੀਦਾ। ਇੱਕ IITN ਹੈ ਤੇ ਇੱਕ ਬੱਚਾ, ਜਦੋਂ ਬੱਚਾ ਪੈਦਾ ਹੋਇਆ 90% ਆਫ ਬ੍ਰੇਨ ਤਾਂ ਉਹਦਾ ਐਕਟਿਵ ਹੁੰਦਾ, ਉਸੇ ਵੇਲੇ ਐਕਟਿਵ ਹੁੰਦਾ। ਉਹ ਜੋ ਸਮਝਦਾ ਉਹਦੇ ਕਨੈਕਸ਼ਨਸ ਦਿਮਾਗ ਦੇ ਅੰਦਰ ਬਣਦੇ, ਨਿਊਰੋਨ ਕਨੈਕਸ਼ਨਸ ਬਣਦੇ ਨੇ। ਹੁਣ ਅਮਰੀਕਾ ਦੀ ਇੱਕ ਲੇਟੈਸਟ ਟੈਕਨੋਲੋਜੀ ਉਹਨਾਂ ਨੇ ਕੱਢੀ ਹੈ ਕਿ ਜਦੋਂ ਬੱਚਾ 0 ਤੋਂ 3 ਸਾਲ ਦਾ ਹੁੰਦਾ, ਉਦੋਂ ਉਹਨੂੰ ਕੋਈ ਜ਼ਿਆਦਾ ਸਮਝ ਨਹੀਂ ਆਉਂਦਾ, ਪਤਾ ਨਹੀਂ ਕੀ ਕਨੈਕਸ਼ਨਸ ਆਪਣੇ ਦਿਮਾਗ ਦੇ ਵਿੱਚ ਬਣਾਉਂਦਾ, ਅਤੇ ਜਦੋਂ ਉਹਨੂੰ ਸਮਝ ਆਉਣ ਲੱਗਦੀ ਹੈ ਫਿਰ ਉਹ ਕਨੈਕਸ਼ਨਸ ਟੁੱਟ ਕੇ ਦੁਬਾਰਾ ਰੀਅਰੇਂਜ ਹੁੰਦੇ ਨੇ। ਉਹਨਾਂ ਨੇ ਕੀ ਕਰਿਆ, ਉਸ ਟਾਈਮ ਦੇ ਵਿੱਚ ਹੀ ਉਹਨੂੰ ਇਨਫੋਰਮੇਸ਼ਨ ਇਹੋ ਜਿਹੀ ਦਿੰਦੇ ਨੇ ਕਿ ਉਹਦਾ ਦਿਮਾਗ ਉਦੋਂ ਤੋਂ ਹੀ ਡਿਵੈਲਪ ਕਰਨਾ ਸ਼ੁਰੂ ਹੋ ਜਾਂਦਾ। ਔਰ ਇਹ ਸਿੱਧ ਹੋਇਆ ਕਿ ਜਦੋਂ ਬੱਚੇ ਵੱਡੇ ਹੁੰਦੇ ਨੇ ਉਹ ਬਾਕੀ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਬੈਟਰ ਪਰਫਾਰਮ ਕਰਦੇ ਨੇ, ਕਿਉਂਕਿ ਰੀਅਰੇਂਜਮੈਂਟਸ ਨਹੀਂ ਕਰਨੇ ਪੈਂਦੇ। ਤੋ ਜੇ ਇਹਨੂੰ ਆਪਾਂ ਸਿੰਪਲ ਵੀ ਕਰ ਲਈਏ, ਇੱਕ ਬੱਚੇ ਦੇ ਆਸ-ਪਾਸ ਜੋ ਮਾਹੌਲ ਹੈ ਉਹ ਉਸ ਤਰ੍ਹਾਂ ਦੀ ਦੁਨੀਆ ਸਿਰਜਦਾ ਆਪਣੇ ਦਿਮਾਗ ਦੇ ਅੰਦਰ, ਉਸ ਤਰ੍ਹਾਂ ਦਾ ਸੋਚਦਾ। ਅਤੇ ਜਿਹੜੀ ਐਜੂਕੇਸ਼ਨ ਹੈ ਕਿ ਸਾਡੇ ਇਨਸਾਨਾਂ ਦਾ ਜੋ ਵੀ ਕੰਮ ਅਸੀਂ ਕਰਦੇ ਹਾਂ ਉਹਨੂੰ ਡਾਕੂਮੈਂਟ ਕਰ ਲੈਂਦੇ ਹਾਂ। ਮੰਨ ਲਓ 2 ਇੰਚ ਦੀ ਪੱਤੀ ਮੋੜਨੀ ਹੈ ਤੁਸੀਂ, ਸ਼ਾਇਦ ਤੁਹਾਨੂੰ ਸਾਰੀ ਜ਼ਿੰਦਗੀ ਲੱਗ ਜੇ ਸਮਝ ਆਉਂਦੇ ਵੀ ਇਹਨੂੰ ਕਿੰਨਾ ਜ਼ੋਰ ਲੱਗੂਗਾ ਮੋੜਨ ਦੇ, ਪਰ ਜਦ ਤੁਸੀਂ ਉਹ ਮੋੜ ਲਈ, ਉਹਨੂੰ ਕਿਤਾਬ ਦੇ ਵਿੱਚ ਲਿਖਤਾ, ਤਾਂ ਇੱਕ ਪੂਰੀ ਜਨਰੇਸ਼ਨ ਅੱਗੇ ਚਲਾ ਗਿਆ ਜਿਹਨੇ ਉਹ ਕਿਤਾਬ ਪੜ੍ਹ ਲਈ। ਇਹ ਐਜੂਕੇਸ਼ਨ ਹਿਊਮਨਸ ਦੀ ਸੰਗ੍ਰਹਿ ਕੀਤੀ ਹੋਈ ਐਕਸਪੈਰੀਮੈਂਟਸ ਦਾ ਪੋਥੀਕਰਨ। ਤੋ ਇੱਕ ਬੱਚਾ ਤਾਂ 0 ਤੋਂ ਸ਼ੁਰੂ ਹੋ ਰਿਹਾ, ਇੱਕ ਬੱਚਾ ਉਹ ਤੋਂ 100 ਸਾਲ ਅੱਗੋਂ ਸ਼ੁਰੂ ਹੋ ਰਿਹਾ। ਦਿਮਾਗ ਦੋਨਾਂ ਦਾ ਸੇਮ ਹੈ, ਹੋ ਸਕਦਾ ਕਿਸੇ ਦਾ ਘੱਟ ਵੱਧ ਹੋਵੇ, ਕਿਉਂਕਿ ਸ਼ਕਲ ਤੇ ਅਕਲ ਤਾਂ ਕੁਦਰਤ ਦੀ ਦੇਣ ਹੈ। ਅਤੇ ਇੱਕ ਤਾਂ ਸਾਰਿਆਂ ਨੂੰ ਇਕਸਾਰ ਮਾਹੌਲ ਮਿਲਣਾ ਚਾਹੀਦਾ, ਇੱਕੋ ਜਿਹੀ ਜਿਹੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ। ਤੋ ਜਿਹੜਾ ਬੱਚਾ ਕਾਬਿਲ ਹੋਊਗਾ ਕਿਸੇ ਵੀ ਲੈਵਲ ਦੇ ਉੱਪਰ, ਉਹ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਇਕੁਐਲਿਟੀ ਕਰ ਸਕਦਾ। ਦੂਸਰੀ, ਸਿਹਤ ਸਹੂਲਤ ਸਭ ਨੂੰ ਇਕਸਾਰ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਬਿਮਾਰ ਹੋ ਕੇ ਹੀ ਪਰੇਸ਼ਾਨ ਨਾ ਹੁੰਦਾ ਰਹੇ। ਤੀਸਰੀ, ਸਭ ਤੋਂ ਇੰਪੋਰਟੈਂਟ, ਇੱਕ ਮਿਨੀਮਮ ਇਨਕਮ। ਜਿਹੜਾ ਬੰਦਾ ਇਸ ਦੁਨੀਆ 'ਤੇ, ਇਸ ਧਰਤੀ 'ਤੇ ਪੈਦਾ ਹੋਇਆ, ਇਸ ਖਿੱਤੇ ਦੇ ਵਿੱਚ, ਉਹ ਹਿੰਦੁਸਤਾਨ ਦੀ ਮਿੱਟੀ ਤੋਂ ਹੀ ਪੈਦਾ ਹੋਇਆ ਨਾ, ਉਹਦਾ ਹੀ ਫਲ ਫਰੂਟ ਬਣਿਆ, ਉਹਦਾ ਹੀ ਅੱਗੋਂ ਉਹ ਪੈਦਾ ਹੋਇਆ, ਉਹਦਾ ਸਿਰਫ ਇੱਥੇ ਪੈਦਾ ਹੋਣ ਨਾਲ ਇਹ ਹੱਕ ਬਣ ਜਾਂਦਾ ਕਿ ਮਿਨੀਮਮ ਗੁਜ਼ਾਰੇ ਜੋਗੇ ਪੈਸੇ ਉਹਨੂੰ ਜ਼ਰੂਰ ਚਾਹੀਦੇ ਨੇ। ਮਿਨੀਮਮ ਗੁਜ਼ਾਰਾ, ਇੱਕ ਛੋਟਾ ਮਕਾਨ, ਇੱਕ ਛੋਟਾ ਕਨਵੈਂਸ ਦਾ ਸਾਧਨ, ਅਤੇ ਹਰ ਮਹੀਨੇ ਪੌਸ਼ਟਿਕ ਖਾਣਾ ਅਤੇ ਪਾਉਣ ਨੂੰ ਕੱਪੜੇ। ਮੈਂ ਨਹੀਂ ਕਹਿੰਦਾ ਉਹਦੇ ਕੋਲ ਅਰਬਾਂ ਰੁਪਈਏ ਹੋਵੇ, ਜਿਹਦੇ ਕੋਲ ਅਰਬਾਂ ਖਰਬਾਂ ਹੈਗੇ ਨੇ। ਆ ਜਿੰਨੇ ਪੋਲੀਟੀਸ਼ੀਅਨਸ ਲੜਦੇ ਨੇ ਵੀ ਅਸੀਂ ਸੇਵਾ ਕਰਾਂਗੇ ਜੀ, ਉਹ ਪੋਲੀਟਿਕਸ ਦੇ ਵਿੱਚ ਆਉਣ ਵਾਸਤੇ, ਟਿਕਟ ਲੈਣ ਵਾਸਤੇ, ਉਹ ਜਿੱਤਣ ਵਾਸਤੇ 2 ਕਰੋੜ 4 ਕਰੋੜ 5 ਕਰੋੜ ਕੋਈ ਵੀ ਫਿਗਰ ਕਹੋ ਖਰਚਣ ਨੂੰ ਤਿਆਰ ਹੈ, ਪੋਸਟਰ ਲਗਾਉਣ ਨੂੰ ਤਿਆਰ ਹੈ। ਤੁਸੀਂ ਇਹ ਦੇਖੋ ਕਿ ਕਿਆ ਉਹ 5 ਸਾਲਾਂ ਦੇ ਵਿੱਚ ਕਿਸੇ ਪੋਲੀਟੀਸ਼ੀਅਨ ਨੇ ਆਪਣੀ ਜੇਬ 'ਚੋਂ 10 ਰੁਪਏ ਖਰਚ ਕੇ ਕਿਸੇ ਗਰੀਬ ਨੂੰ ਪੜ੍ਹਾਇਆ? ਬੇਵਕੂਫ ਅਸੀਂ ਹਾਂ ਜਦੋਂ ਅਸੀਂ ਇਹ ਉਹਨਾਂ ਦੀ ਗੱਲ ਮੰਨ ਲੈਂਦੇ ਵੀ ਉਹ ਸੇਵਾ ਕਰਨਗੇ, ਪਰ ਸਾਡੇ ਕੋਲ ਆਪਸ਼ਨਸ ਵੀ ਨਹੀਂ ਹੈਗੇ। ਸੋ ਇਹ ਤਿੰਨ ਜਿਹੜੀਆਂ ਚੀਜ਼ਾਂ ਨੇ ਇਹ ਹੱਕ ਹੈ ਸਾਰਿਆਂ ਦਾ। ਇੱਕ ਨਾਲ ਦੀ ਐਜੂਕੇਸ਼ਨ, ਉਸ ਤੋਂ ਬਾਅਦ ਸਿਹਤ ਤੁਹਾਡੀ, ਔਰ ਤੀਸਰਾ ਇੱਕ ਲੈਵਲ ਆਫ ਇਨਕਮ, ਮਿਨੀਮਮ ਇਨਕਮ, MSP ਜਿਹਨੂੰ ਅਸੀਂ ਕਹਿ ਰਹੇ ਹਾਂ। ਤੁਸੀਂ ਮੰਨੋ ਕਿ 2.5 ਏਕੜ ਤੋਂ ਵੱਧ ਜਗ੍ਹਾ, 2.5 ਤੋਂ 5 ਏਕੜ ਵਾਲੇ ਫਾਰਮਰਸ ਹੈ ਇੱਥੇ। ਤੁਸੀਂ ਕਹਿ ਦਿਓ ਉਹਨਾਂ ਦੀ ਕੈਪੇਬਿਲਿਟੀਜ਼ ਜੈਟ ਬਣਾਉਣ ਦੀ ਨਹੀਂ ਹੈਗੀ, ਬਟ ਐਟਲੀਸਟ ਉੱਥੇ ਕਲਟੀਵੇਸ਼ਨ ਕਰਕੇ ਉੱਥੇ ਜੋ ਵੀ ਉਗਦਾ ਉਹਦੇ ਉਨੇ ਪੈਸੇ ਤਾਂ ਉਹਨਾਂ ਨੂੰ ਜ਼ਰੂਰ ਮਿਲਣੇ ਚਾਹੀਦੇ ਨੇ, ਜਿਹਦੇ ਨਾਲ ਉਹ ਆਪਣਾ ਘਰ ਪਰਿਵਾਰ ਚਲਾ ਸਕਣ। ਇਸ ਤੋਂ ਅਗਲੀ ਗੱਲ ਇੱਕ ਤੁਸੀਂ ਦੇਖੋ, ਜਦੋਂ ਕੋਈ ਵੀ ਬੱਚਾ ਵੱਡਾ ਹੁੰਦਾ, ਉਹਦੇ ਮਾਂ-ਬਾਪ ਆਪਣੀ ਕਮਾਏ ਹੋਏ ਸਾਰੇ ਪੈਸੇ ਉਹਦੇ 'ਤੇ ਇਨਵੈਸਟ ਕਰ ਦਿੰਦੇ ਨੇ ਵੀ ਤੂੰ ਪੜ੍ਹ ਜਾ, ਤੇਰਾ ਕੁਛ ਬਣ ਜਾਵੇ। ਤੋ
ਇਹ ਜਿਹੜੇ ਮਾਂ-ਬਾਪ ਕਮਾਈ 'ਚ ਲੱਗੇ ਹੋਏ ਸੀਗੇ ਇਹ ਤਾਂ ਉੱਥੇ ਤੱਕ ਹੀ ਨੇ ਨਾ, ਜਿਵੇਂ ਉਹਦੇ ਘੋੜੇ ਦੇ ਆਪਾਂ ਬੰਨ੍ਹਦੇ ਨੇ, ਉਹਨੂੰ ਆਲੇ ਦੁਆਲੇ ਦਾ ਪਤਾ ਹੀ ਨਹੀਂ ਵੀ 20 ਸਾਲਾਂ 'ਚ ਦੁਨੀਆ ਕਿਵੇਂ ਬਦਲ ਗਈ। ਉਹ ਬੱਚਾ ਜਿਹੜਾ ਉੱਥੇ ਪੜ੍ਹ ਰਿਹਾ ਅੱਜ ਦੀ ਡੇਟ ਦੇ ਵਿੱਚ ਤਾਂ ਅਦਾਰੇ ਵੀ ਜਿਹੜੇ ਬਣਾਤੇ ਇਹਨਾਂ ਨੇ, ਜੇ ਤੁਹਾਡੇ ਕੋਲ 65 ਏਕੜ ਜਗ੍ਹਾ ਹੈਗੀ ਹੈ ਤਾਂ ਤੁਹਾਡੇ ਕੋਲ ਕੁਝ ਪੈਸੇ ਹੈਗੇ ਨੇ ਤਾਂ ਤੁਸੀਂ ਅਸੈਂਬਲੀ ਦੇ ਵਿੱਚੋਂ ਪਾਸ ਕਰਾ ਕੇ ਯੂਨੀਵਰਸਿਟੀ ਖੋਲ੍ਹ ਸਕਦੇ ਹੋ। ਤੋ ਇਹ ਕਿਹਨੂੰ ਨਹੀਂ ਪਤਾ ਕਿ ਫੇਕ ਯੂਨੀਵਰਸਿਟੀਆਂ ਖੋਲ੍ਹੀਆਂ ਨੇ। ਜਿਹੜਾ ਜਦੋਂ ਪ੍ਰੋਪਰਟੀ ਦਾ ਬਬਲ ਬਸਟ ਹੋਇਆ, ਜਿੰਨੇ ਤੁਹਾਡੇ ਇਹ ਪ੍ਰੋਪਰਟੀ ਡੀਲਰ ਨੇ ਵੱਡੇ ਵੱਡੇ, ਸਾਰਿਆਂ ਨੇ ਪੈਸੇ ਦੇ ਦੇ ਕੇ ਯੂਨੀਵਰਸਿਟੀਆਂ ਬਣਾ ਲਈਆਂ। ਹੁਣ ਉਹ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨਾਂ ਚਾਹੀਦੀਆਂ ਨੇ, ਫੇਕ ਐਡਮਿਸ਼ਨਸ ਹੁੰਦੀਆਂ ਨੇ, ਐਡਮਿਸ਼ਨ ਦਿਖਾ ਕੇ ਤੁਹਾਨੂੰ ਇੱਕ ਸਰਟੀਫਿਕੇਟ ਦੇ ਦਿੰਦੇ ਨੇ। ਹੁਣ ਬਹੁਤ ਸਾਰੇ ਜ਼ਿਆਦਾ ਲੋਕ ਤਾਂ ਇਹੋ ਜਿਹੇ ਨੇ ਜਿਨ੍ਹਾਂ ਕੋਲ ਸਿਰਫ ਸਰਟੀਫਿਕੇਟਸ ਆ, ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੁਝ ਗਏ ਹਾਂ। ਕਾਲਜ 'ਚ ਜਾਣ ਵਾਲਾ ਵੀ ਕਿੰਨਾ ਸੀਰੀਅਸ ਹੈ, ਉਹਦੇ ਵੀ ਕਾਰਨ ਨੇ ਕਿ ਜੇ ਪੜ੍ਹ ਲਿਖ ਵੀ ਗਏ ਤੁਸੀਂ ਤੇ ਤਾਂ ਵੀ ਅੱਗੇ ਜੋਬ ਹੈ ਨਹੀਂ ਤੁਹਾਡੇ ਕੋਲ, ਨਾ ਤੁਹਾਡੇ ਕੋਲ ਕਾਬਲੀਅਤ ਹੈ ਅਤੇ ਨਾ ਜੋਬ ਹੈ। ਇੰਪਲੋਇਮੈਂਟ ਦੀ ਕਮੀ ਹਿੰਦੁਸਤਾਨ 'ਚ ਨਹੀਂ ਹੈਗੀ, ਇੰਪਲੋਏਬਲ ਪੀਪਲ ਆਰ ਨਾਟ ਦੈਟ ਦੇਅਰ। ਇਸ ਤੋਂ ਅਗਲੀ ਗੱਲ ਜੇ ਅਸੀਂ ਕਰਦੇ ਹਾਂ, ਜੇ ਮੰਨ ਲਓ ਇੱਕ ਬੰਦਾ ਪੜ੍ਹ ਲਿਖ ਗਿਆ, ਇਸ ਸਿਸਟਮ ਦੇ ਅੰਦਰ ਉਹਨੂੰ ਇੰਪਲੋਏ ਕਰਨ ਦੀ ਜਗ੍ਹਾ ਹੀ ਹੈ ਨਹੀਂ, ਇਹ ਵੀ ਇੱਕ ਵੱਡੀ ਤਰਾਸਦੀ ਹੈ। ਸਾਡੇ ਸਿਸਟਮ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਵੀ ਜੇ ਮੈਂ ਕੰਮ ਕਰਨਾ ਚਾਹੁੰਦਾ ਤਾਂ ਮੇਰੀ ਕਾਬਲੀਅਤ ਦੇ ਮੁਤਾਬਕ ਮੇਰੇ ਕੋਲ ਕੰਮ ਹੋਵੇ। ਇੱਥੇ ਕੀ ਹੈ, ਕੰਮ ਹੈ ਨਹੀਂ। ਤਾਂ ਇੱਕ ਮਜ਼ਦੂਰ ਵਾਸਤੇ ਕੰਮ ਹੈ ਨਹੀਂ। ਜੇ ਮਜ਼ਦੂਰ ਵਾਸਤੇ ਕੰਮ ਹੋਵੇ, 1000 ਰੁਪਏ ਮੰਨ ਲਓ ਉਹਦੀ ਦਿਹਾੜੀ ਹੈ, ਹੁਣ ਉਹ ਕੰਮ ਹੀ ਹੈ ਨਹੀਂ। ਉਹ ਕਹਿੰਦਾ ਮੈਂ 700 'ਚ ਕਰੂੰਗਾ, ਉਹ ਕਹਿੰਦਾ 600 'ਚ ਕਰੂੰਗਾ, ਉਹ ਕਹਿੰਦਾ 500 'ਚ ਕਰੂੰਗਾ। ਪਿੰਡ ਦੇ ਵਿੱਚ 300 250 ਦੇ ਵਿੱਚ ਵੀ ਕੰਮ ਕਰ ਰਹੇ ਹੋ। ਕਿਉਂ? ਕਿਉਂਕਿ ਹੈ ਹੀ ਨਹੀਂ, ਸਪਲਾਈ ਹੀ ਨਹੀਂ ਹੈਗੀ। ਤੁਸੀਂ ਵੱਡੇ ਵੱਡੇ ਅਦਾਰੇ ਖੜ੍ਹੇ ਕਰਕੇ ਛੋਟਿਆਂ ਦੀ ਇੰਪਲੋਇਮੈਂਟ ਖਤਮ ਕਰਤੀ। ਇੱਕ ਸੇਠ 500 ਕਰੋੜ ਰੁਪਈਆ ਕਮਾ ਰਿਹਾ, ਉਹ ਆਪਣੇ ਜੇ ਬੰਦਿਆਂ ਨੂੰ 15,000 ਰੁਪਏ ਮਹੀਨੇ ਦੀ ਜਗ੍ਹਾ 25,000 30,000 ਦੇ ਦੇਵੇ ਤਾਂ ਇਹਦੀ ਲਾਈਫ ਸਟਾਈਲ ਵਧੀਆ ਹੋ ਜੂਗੀ। ਉਹਨੂੰ 10-20 ਕਰੋੜ ਨਾਲ ਕੋਈ ਫਰਕ ਨਹੀਂ ਹੈ, ਲੇਕਿਨ ਕਿਉਂਕਿ ਉਹਨੂੰ ਸਸਤਾ ਬੰਦਾ ਮਿਲ ਰਿਹਾ, ਉਹਨੂੰ ਐਕਸਪਲੋਇਟ ਕਰ ਰਿਹਾ। ਤਾਂ ਉਹ, ਮੈਂ ਇੰਡਸਟਰੀ ਦੇ ਖਿਲਾਫ ਨਹੀਂ, ਮੈਂ ਡਿਵੈਲਪਮੈਂਟ ਦੇ ਖਿਲਾਫ ਨਹੀਂ ਹੈਗਾ, ਪਰ ਜਦ ਸਾਡਾ ਕੁਟੁੰਬ ਸਾਡਾ ਇਹੋ ਜਿਹਾ ਹੈਗਾ ਜਿੱਥੇ ਛੋਟੇ ਕੰਮ ਨੇ ਤਾਂ ਉਹਨਾਂ ਵਾਸਤੇ ਕੰਮ ਪਹਿਲਾਂ ਹੋਣਾ ਚਾਹੀਦਾ, ਬਜਾਏ ਕਿ ਉਹਨਾਂ ਨੂੰ ਖਤਮ ਕਰਕੇ ਵੱਡੇ ਵੱਡੇ ਕੰਮ ਸਿਰਫ 1-2 ਬੰਦਿਆਂ ਦੀ ਜੇਬ ਦੇ ਵਿੱਚ ਪੈਸੇ ਪਾਉਣ ਵਾਲੇ ਹੋਣ। ਤਾਂ ਇਹ ਸਿਸਟਮੈਟਿਕਲ ਚੇਂਜਸ ਨੇ। ਮੈਨੂੰ ਬਹੁਤ ਅਫਸੋਸ ਹੁੰਦਾ, ਮਤਲਬ ਸ਼ਾਇਦ ਤੁਹਾਨੂੰ ਇਹ ਗੱਲ ਮੇਰੀ ਚੰਗੀ ਨਾ ਲੱਗੇ, ਜਦੋਂ ਅਸੀਂ ਇੱਕ PhD ਬੰਦੇ ਨੂੰ ਗੋਲ ਗੱਪੇ ਵੇਚਦੇ ਦਿਖਾ ਕੇ ਉਹਦੀ ਵਾਹ ਕਰਦੇ ਹਾਂ। ਇਟ ਇਜ਼ ਸੈਡ। ਉਹਦੇ ਮਾਂ-ਬਾਪ ਨੇ ਸਭ ਪੈਸੇ ਉਹਦੇ 'ਚ ਲਗਾਏ, ਉਹਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਟਾਈਮ ਜਦੋਂ ਕੁਛ ਸਿੱਖ ਸਕਦਾ ਸੀ, ਕਰ ਸਕਦਾ ਸੀ, ਇੱਕ ਪਰਟੀਕੂਲਰ ਚੀਜ਼ ਦੇ ਉੱਤੇ ਲਗਾਇਆ। ਅੱਜ ਉਹ ਜ਼ੀਰੋ ਹੋ ਗਈ, ਅੱਜ ਉਹ ਜ਼ੀਰੋ ਹੋ ਗਈ ਔਰ ਉਹ ਗੋਲ ਗੱਪੇ ਵੇਚ ਰਿਹਾ। ਇਹ ਕੋਈ ਵਧੀਆ ਗੱਲ, ਮਤਲਬ ਕੋਈ ਬੋਸਟ ਕਰਨ ਵਾਲੀ ਗੱਲ ਨਹੀਂ ਹੈਗੀ। ਆਪਣਾ ਜੀਵਨ ਤਾਂ ਉਹਨੇ ਖਰਾਬ ਕੀਤਾ। ਇੱਕ ਮੇਰੇ ਵਰਗਾ ਮਾਤੜ ਜਿਹੜਾ ਵੇਚ ਹੀ ਗੋਲ ਗੱਪੇ ਸਕਦਾ, ਉਹਦੀ ਇੰਪਲੋਇਮੈਂਟ ਵੀ ਖਾ ਗਿਆ ਉਹ। ਸੋ ਜਿੱਥੇ ਅਸੀਂ ਆ ਕੇ ਖੜ੍ਹੇ ਹੋ ਗਏ, ਸਾਡਾ ਸਮਾਜ ਜਿਹੜਾ ਉਹ ਚੀਜ਼ਾਂ ਨੂੰ ਸਿੱਧਾ ਨਹੀਂ ਦੇਖ ਰਿਹਾ। ਇੱਕ ਟੋਲਾ ਬਣ ਗਿਆ, ਲੁੱਟੂ ਟੋਲਾ, ਉਹਦੇ 'ਚ ਇਨਵੈਸਟ ਕਰਕੇ ਤੁਸੀਂ ਇਲੈਕਸ਼ਨ ਜਿੱਤ ਲਿਆ। ਤੁਸੀਂ A ਪਾਰਟੀ ਹੋ, B ਪਾਰਟੀ ਹੋ, C ਪਾਰਟੀ ਹੋ, ਡਜ਼ਨਟ ਮੈਟਰ। ਹੁਣ ਉਹ ਕਹਿ ਦਿੰਦੇ ਨੇ ਜੀ ਫਲਾਣੇ ਨੇ ਟਿਕਟਾਂ ਵਾਸਤੇ ਪੈਸੇ ਲੈ ਲਏ ਹੋਣਗੇ। ਯਾਰ ਉਹਨੂੰ ਇਲੈਕਸ਼ਨ ਲੜਨ ਵਾਸਤੇ ਪੈਸੇ ਚਾਹੀਦੇ ਨੇ। ਮੈਨੂੰ ਖੁਜਲੀ ਹੋ ਰਹੀ ਹੈ ਕਿ ਮੈਂ ਮਿਨਿਸਟਰ ਬਣ ਜਾਊਂਗਾ, ਮੇਰੀ ਟੌਰ ਹੋ ਜੂਗੀ ਅਤੇ ਮੈਂ ਕਿਤੋਂ ਪੈਸੇ ਕਮਾ ਲੂੰਗਾ, ਮੈਂ ਪੈਸੇ ਦੇ ਰਿਹਾ। ਅਤੇ ਜੇ ਮੈਂ ਉਹਨੂੰ ਬੇਵਕੂਫ ਬਣਾਉਣ ਦੇ ਚੱਕਰ ਦੇ ਵਿੱਚ ਜਾਂ ਦੇਸ਼ ਨੂੰ ਲੁੱਟਣ ਦੇ ਚੱਕਰ 'ਚ, ਜੇ ਉਹਨੇ ਤੁਹਾਨੂੰ ਲੁੱਟ ਲਿਆ ਤਾਂ ਕੋਈ ਵੱਡੀ ਗੱਲ ਨਹੀਂ ਹੈ ਉਹ। ਤਾਂ ਇਹ ਚੇਂਜ ਹੋਊਗਾ, ਫੋਰ ਸ਼ੋਰ ਚੇਂਜ ਹੋਊਗਾ। ਉਹ ਚੇਂਜਸ ਜਿਵੇਂ ਮੈਂ ਪਹਿਲਾਂ ਕਿਹਾ -10 ਤੋਂ 0 'ਤੇ ਆ ਗਈਆਂ। ਹੁਣੇ ਅੱਗੇ ਨਹੀਂ ਚੱਲਣਾ। ਐਜੂਕੇਸ਼ਨ ਹੌਲੀ ਹੌਲੀ ਲੋਕਾਂ ਨੂੰ ਮਿਲਣ ਲੱਗ ਗਈ। ਅਕੈਡਮਿਕ ਕੁਆਲੀਫਿਕੇਸ਼ਨ ਇਕੱਲੀ ਕੁਆਲੀਫਿਕੇਸ਼ਨ ਥੋੜ੍ਹਾ। ਹੁਣ ਤੁਸੀਂ ਪਿੰਡ 'ਚ ਜਾਓ, ਮਾੜੇ ਤੋਂ ਮਾੜੇ ਬੰਦੇ ਨੂੰ ਵੀ ਕੀ ਚਾਹੀਦਾ ਉਹਦੇ ਵਾਸਤੇ ਉਹਨੂੰ ਪਤਾ ਹੈ, ਕਿਉਂਕਿ ਉਹਦੀ ਬੱਸ ਹੋ ਚੁੱਕੀ ਆ। ਸੋ ਇਹ ਚੇਂਜ ਆਉਣਾ ਇਨਐਵਿਟੇਬਲ ਹੈ। ਤਾਂ ਪੋਲੀਟਿਕਸ ਆਟੋਮੈਟਿਕਲੀ ਵਿਲ ਚੇਂਜ। ਵੀ ਡੋਂਟ ਹੈਵ ਟੂ ਵਰੀ, ਵੀ ਜਸਟ ਹੈਵ ਟੂ ਵੇਟ। ਇਸੇ 2022 ਦੇ ਵਿੱਚ ਤੁਸੀਂ ਦੇਖੋਗੇ ਕਿ ਉਮੀਦ ਨੂੰ ਵੋਟ ਪਊਗੀ, ਲਾਰਿਆਂ ਨੂੰ ਵੋਟ ਨਹੀਂ ਪਊਗੀ। ਜ਼ੀਰੋ ਨਹੀਂ ਹੋਣੀ, ਕਿਉਂਕਿ ਜਿਹੜੇ ਲੁੱਟੂ ਟੋਲੇ ਬਣੇ ਹੋਏ ਨੇ, ਜਿਹਨੂੰ ਤੁਸੀਂ ਕਾਡਰ ਕਹਿ ਦਿੰਦੇ ਹੋ, ਕਿਉਂਕਿ ਮੇਰਾ ਡਾਇਰੈਕਟ ਜਿਹੜਾ ਬੈਨੀਫਿਟ ਹੈ ਉੱਥੇ ਇਨਵੈਸਟਡ ਇਨ ਟਰਮਸ ਆਫ ਟਾਈਮ, ਮਨੀ, ਔਰ ਮੈਂ ਉਸ ਲੁੱਟੂ ਟੋਲੇ ਦਾ ਇੱਕ ਹਿੱਸਾ, ਚਾਹੇ ਮੈਂ ਸਿਫਾਰਿਸ਼ ਲਵਾਉਣੀ ਹੈ, ਚਾਹੇ ਮੈਂ ਕੁਛ ਕਰਨਾ। ਅਤੇ ਜਿਨ੍ਹਾਂ ਦੀ 10-10 20-20 ਸਾਲਾਂ ਤੋਂ ਇਹ ਆਪਸ ਦੀ ਸਾਂਝ ਹੈ ਲੁੱਟਣ ਦੀ, ਉਹ ਤਾਂ ਓਬਵੀਅਸਲੀ ਉੱਥੇ ਹੀ ਰਹਿਣਗੇ। ਕਿਸੇ ਨੂੰ ਇਹ ਦੇਸ਼ ਇਕੱਲੇ ਨੂੰ ਚਾਹੀਦਾ ਬਾਕੀ ਸਾਰਿਆਂ ਨੂੰ ਖ਼ਤਮ ਕਰਨਾ, ਉਹਦੀ ਸੋਚ ਆਈ ਰਿਸਪੈਕਟ ਇਟ ਬਟ ਆਈ ਡੋਂਟ ਬਾਈ ਇਟ। ਤਾਂ ਇਸ ਤਰ੍ਹਾਂ ਦੇ ਜਿਹੜੇ ਵੰਡੇ ਹੋਏ ਸੋਚ ਨੇ, ਇਹ ਹੌਲੀ ਹੌਲੀ ਮੱਧਮ ਪੈਣਗੇ। ਇਹਦੇ ਉੱਪਰ ਰੋਟੀ ਕੱਪੜਾ ਮਕਾਨ ਇਕੁਐਲਿਟੀ ਜਿਹੜੀ ਹੈ ਉਹ ਹਾਵੀ ਹੋਊਗੀ। ਅਤੇ ਇੰਡੀਆ ਇਜ਼ ਅ ਬੋਇਲਿੰਗ ਪੋਟ, ਬਟ ਰੈਸਟ ਅਸ਼ੋਰਡ ਮਲਾਈ ਉੱਪਰ ਆਉਣ ਵਾਲੀ ਹੈ ਐਂਡ ਬੈਟਰ ਟਾਈਮਸ ਟੂ ਕਮ।